ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ਲੋਕ ਜਾਰ ਬੀਤ ਸੁਨ ਸਾਜਨਹੁ ਬਿਨ ਹਰ ਛੂਟਨ ਨਾਹੇ। ਹੇ ਮਨ, ਬਾਣੀ ਸਰੀਰ ਕਰਕੇ ਪਿਆਰ ਕਰਨ ਵਾਲਿਓ, ਯਾਰ ਦੋਸਤੋ, ਮੀਤ ਮਿੱਤਰੋ, ਸਾਜਨਹੁ ਕਹੀਏ ਸੱਜਣੋ, ਸੁਣਨਾ ਕਰੋ। ਹਰੀ ਵਾਹਿਗੁਰੂ ਦੀ ਸ਼ਰਨ ਤੋਂ ਬਗੈਰ ਸੰਸਾਰਕ ਬੰਧਨਾਂ ਤੋਂ ਛੁਟਕਾਰਾ ਨਹੀਂ ਹੋਵੇਗਾ। ਹੇ ਭਾਈ, ਸੁਣ ਯਾਰ, ਇਸ ਲੋਕ ਦੇ ਯਾਰ ਦੋਸਤ, ਪਰਲੋਕ ਦੇ ਮਿੱਤਰ ਅਤੇ ਅੰਤ ਦੇ ਸਮੇਂ ਸਹਾਇਤਾ ਕਰਨ ਵਾਲੇ ਸਾਜਨੋ, ਸੱਜਣ, ਹਰੀ ਜਨੋ, ਵਾਹਿਗੁਰੂ ਦੀ ਸ਼ਰਨ ਤੋਂ ਬਗੈਰ ਜੰਮਣ ਮਰਨ ਤੋਂ ਛੁਟਕਾਰਾ ਨਹੀਂ ਹੋਵੇਗਾ। ਨਾਨਕ ਤੇਹ ਬੰਧਨ ਕਟੇ, ਗੁਰ ਕੀ ਚਰਨੀ ਪਾਹੇ। ਸਤਿਗੁਰੂ ਜੀ ਕਥਨ ਕਰ ਰਹੇ ਹਨ ਕਿ ਉਹਨਾਂ ਦੇ ਬੰਧਨ ਜੰਜਾਲ ਕਟੇ ਗਏ ਹਨ ਜੋ ਸਤਿਗੁਰਾਂ ਦੀ ਚਰਨੀ ਪੈਰੀ ਪਾਹੇ ਕਹੀਏ ਪਏ ਹਨ। ਭਾਵ ਆਪਣੇ ਆਪ ਨੂੰ ਗੁਰਾਂ ਦੇ ਚਰਨੀ ਪਾਉਣਾ ਕੀਤਾ ਹੈ। ਪਵੜੀ ਯਈਆ ਯਤਨ ਕਰਤ ਬਹੁ ਵਿਧੀਆ, ਏਕ ਨਾਮ ਬਿਨ ਕਹਿ ਲਓ ਸਿਧੀਆ। ਯਈਏ ਅੱਖਰ ਦੁਆਰਾ ਕਥਨ ਕਰਦੇ ਹਨ ਕਿ ਇਹ ਜੀਵ ਬਹੁਤ ਵਿਧੀਆ ਤਰੀਕਿਆਂ ਨਾਲ ਉਦਮ ਯਤਨ ਕਰਦਾ ਹੈ, ਪਰੰਤੂ ਇੱਕ ਹਰੀ ਵਾਹਿਗੁਰੂ ਦੇ ਨਾਮ ਤੋਂ ਬਗੈਰ ਕਿੱਥੋਂ ਸਿੱਧੀਆ ਮੁਕਤੀ ਲਵੇਂਗਾ, ਕਿਤੋਂ ਵੀ ਸਿੱਧੀ ਪ੍ਰਾਪਤ ਨਹੀਂ ਕਰ ਸਕੇਗਾ। ਯਾਹੂ ਯਤਨ ਕਰ ਹੋਤ ਛੁਟਾਰਾ, ਵਾਹੂ ਯਤਨ ਸਾਧ ਸੰਗਾਰਾ। ਯਾਹੂ ਕਹੀਏ ਜਿਸ ਯਤਨ ਉਦਮ ਕਰਕੇ ਜਨਮ ਮਰਨ ਤੋਂ ਛੁਟਕਾਰਾ ਹੁੰਦਾ ਹੈ, ਉਹ ਯਤਨ ਉਦਮ ਸਾਧ ਸ੍ਰੇਸ਼ਟ ਜਨਾਂ ਦੇ ਸੰਗਾਰਾ ਕਹੀਏ ਸੰਗ ਵਿੱਚੋਂ, ਸੰਗਤ ਵਿੱਚੋਂ ਪ੍ਰਾਪਤ ਹੁੰਦਾ ਹੈ। ਯਾ ਉਬਰਨ ਧਾਰੈ ਸਭ ਕੋ, ਵਾਹੇ ਜਪੇ ਬਿਨ ਉਬਰ ਨ ਹੋ। ਇਸ ਸੰਸਾਰ ਵਿੱਚ ਜੰਮਣ ਮਰਨ ਤੋਂ ਉਬਰਨ ਬਚਣ ਲਈ, ਭਾਵ ਮੁਕਤ ਹੋਣ ਦੀ ਇੱਛਾ ਤਾਂ ਸਾਰੇ ਹੀ ਕੋਈ ਧਾਰਦੇ ਹਨ, ਭਾਵ ਰੱਖਦੇ ਹਨ, ਪਰ ਉਸ ਹਰੀ ਦੇ ਨਾਮ ਜਪੇ ਤੋਂ ਬਗੈਰ ਕਿਸੇ ਦਾ ਵੀ ਉਬਰਨਾ ਨਹੀਂ ਹੋਵੇਗਾ, ਕਿਸੇ ਦਾ ਵੀ ਬਚਾਅ ਨਹੀਂ ਹੋਵੇਗਾ। ਯਾਹੂ ਤਰਨ ਤਾਰਨ ਸਮਰਾਥਾ, ਰਾਖ ਲੇਹੁ ਨਿਰਗੁਣ ਨਰ ਨਾਥਾ। ਹੇ ਸਮਰਾਥਾ ਕਹੀਏ ਸਰਬ ਸ਼ਕਤੀਵਾਨ ਪਰਮੇਸ਼ਵਰ ਵਾਹਿਗੁਰੂ, ਯਾਹੂ ਇਸ ਸੰਸਾਰ ਤੋਂ ਤਰਨ ਵਾਸਤੇ ਤੂੰ ਤਰਨ ਜਹਾਜ਼ ਰੂਪ ਹੈ। ਹੇ ਨਰ ਨਰਾਂ ਦੇ ਨਾਥਾ ਸਵਾਮੀ ਪਰਮੇਸ਼ਰ, ਸਾਨੂੰ ਨਿਰਗੁਣ ਗੁਣਾਂ ਤੋਂ ਹੀਣੀਆਂ ਨੂੰ ਰੱਖ ਲੈਣਾ ਕਰੋ, ਰੱਖਣਾ ਕਰੋ। ਮਨ ਬਚ ਕਰਮ ਜਿਹ ਆਪ ਜਨਾਈ, ਨਾਨਕ ਤੇਹ ਮਤ ਪ੍ਰਗਟੀ ਆਈ। ਜਿਨ੍ਹਾਂ ਨੂੰ ਗੁਰੂ ਨੇ ਆਪ ਮਨ ਬਚ ਬਾਣੀ ਕਰਮ ਸਰੀਰ ਕਰਕੇ ਸਿੱਖਿਆ ਜਨਾਈ ਜਣਾ ਦਿੱਤੀ ਹੈ, ਭਾਵ ਬ੍ਰਹਮ ਵਿਦਿਆ ਵਾਲੀ ਗੱਲ ਆਪ ਜੀ ਨੇ ਜਣਾਈ ਹੈ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਉਹਨਾਂ ਨੂੰ ਆਤਮ ਵਿਸ਼ੈਣੀ ਮਤ ਬੁੱਧੀ ਪ੍ਰਗਟੀ ਕਹੀਏ ਪ੍ਰਗਟ ਹੋ ਆਈ ਹੈ। ਸ਼ਲੋਕ ਰੋਸ ਨ ਕਾਹੂ ਸੰਗ ਕਰੋ, ਆਪਨ ਆਪ ਵਿਚਾਰ। ਹੇ ਭਾਈ, ਕਿਸੇ ਦੇ ਨਾਲ ਵੀ ਰੋਸ ਗੁੱਸਾ ਨਾ ਕਰੋ। ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਢਾਏ। ਦੇਹੀ ਰੋਗ ਨਾ ਲੱਗਈ, ਪੱਲੇ ਸਭ ਕਿਛ ਪਾਈ। ਸਭ ਤਾਈਂ ਆਪਣਾ ਆਪ ਆਤਮਾ ਸਰੂਪ ਕਰਕੇ ਵਿਚਾਰਿਆ ਕਰੋ। ਕਿਸੇ ਨਾਲ ਵੈਰ ਵਿਰੋਧ ਗੁੱਸਾ ਨਾ ਕਰੋ। ਹੋਏ ਨਿਮਾਨਾ ਜਗ ਰਹੋ, ਨਾਨਕ ਨਦਰੀ ਪਾਰ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਜਗ ਸੰਸਾਰ ਵਿੱਚ ਨਿਮਾਣਾ ਮਾਣ ਤੋਂ ਰਹਿਤ ਹੋ ਕੇ ਰਹਿਣਾ ਕਰੋ। ਫਿਰ ਹਰੀ ਵਾਹਿਗੁਰੂ ਕਿਰਪਾ ਰੂਪ ਦ੍ਰਿਸ਼ਟੀ ਨਾਲ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਦੇਵੇਗਾ। ਪੌੜੀ ਰਾਰਾ ਰੇਨ ਹੋਤ ਸਭ ਜਾ ਕੀ, ਤਜ ਅਭਿਮਾਨ ਛੁਟੈ ਤੇਰੀ ਬਾਕੀ। ਰਾਰੇ ਅੱਖਰ ਦੁਆਰਾ ਕਥਨ ਕਰ ਰਹੇ ਹਨ ਕਿ ਹੇ ਭਾਈ, ਜੇ ਤੂੰ ਸਾਰੀ ਜਗ੍ਹਾ ਦੀ ਰੇਨ ਧੂੜ ਹੋ ਜਾਵੇ
ਭਾਵ ਸ੍ਰੇਸ਼ਟ ਜਨਾਂ ਦੇ ਚਰਨਾਂ ਦੀ ਧੂੜੀ ਬਣ ਜਾਵੇ, ਸਾਰੇ ਜੱਗ ਦੀ ਹੀ ਧੂੜੀ ਬਣ ਜਾਵੇ ਅਤੇ ਦਿਲ ਦਾ ਅਭਿਮਾਨ ਹੰਕਾਰ ਛੱਡ ਦੇਵੇਂ, ਤਾਂ ਤੇਰੀ ਕਰਮਾਂ ਦੀ ਬਾਕੀ ਜਿਹੜੀ ਆ ਉਹ ਛੁੱਟ ਜਾਵੇਗੀ। ਤੇਰਾ ਜਮਾਂ ਦਾ ਜਿਹੜਾ ਲੋਕ ਦੰਡ, ਦੇਵ ਦੰਡ ਇਤਿਆਦਿਕ ਬਚਿਆ ਹੋਇਆ ਬਕਾਇਆ ਜਿਹੜਾ ਬਾਕੀ ਉਹ ਮਿਟ ਜਾਵੇਗਾ। ਰਣ ਦਰਗਹਿ ਤਉ ਸੀਜਹਿ ਭਾਈ, ਜੋ ਗੁਰਮੁਖ ਰਾਮ ਨਾਮ ਲਿਵ ਲਾਈ। ਹੇ ਭਾਈ, ਸਾਧ ਸੰਗਤ ਰੂਪੀ ਦਰਗਾਹ ਦੀ ਜੰਗ ਭੂਮੀ ਵਿੱਚ ਜਾ ਕੇ ਕਾਮ ਕ੍ਰੋਧ ਆਦਿ ਨਾਲ ਯੁੱਧ ਕਰਕੇ ਤਦੋਂ ਹੀ ਤੂੰ ਸੀਜੈ ਜਿੱਤੇਗਾ, ਤਦੋਂ ਤੋਂ ਹੀ ਤੇਰੀ ਸੀਜੈ ਕਲਿਆਣ ਹੋਵੇਗੀ। ਜਦੋਂ ਗੁਰਮੁਖਾਂ ਦੀ ਸੰਗਤ ਕਰਕੇ ਰਮੇ ਹੋਏ ਪਰਮੇਸ਼ਰ ਦੇ ਅੰਮ੍ਰਿਤ ਨਾਮ ਵਿੱਚ ਲਿਵ ਬਿਰਤੀ ਲਾਵੇਂਗਾ। ਰਹਿਤ ਰਹਿਤ ਰਹਿ ਜਾਹੇ ਬਿਕਾਰਾ, ਗੁਰ ਪੂਰੇ ਕੈ ਸ਼ਬਦ ਅਪਾਰਾ। ਜੇ ਗੁਰਮੁਖਾਂ ਵਾਲੀ ਰਹਿਤ ਰਹਿਣੀ ਤੇਰੇ ਅੰਦਰ ਹੋਵੇਗੀ, ਉਸ ਰਹਿਤ ਮਰਿਆਦਾ ਕਰਕੇ ਤੇਰੇ ਬਿਕਾਰਾ ਵਿਸ਼ੇ ਵਿਕਾਰ ਰਹਿ ਭਾਵ ਮਿਟ ਜਾਣਗੇ। ਜਿਵੇਂ ਸਾਡੀ ਆਮ ਕਹਾਵਤ ਹੈ, ਫਲਾਨਾ ਤਾਂ ਹੁਣ ਰਹਿ ਗਿਆ, ਭਾਵ ਉਹ ਤਾਂ ਗਿਆ ਗੁਆਚਰਿਆ। ਸੋ ਅੱਗੇ ਪ੍ਰਸ਼ਨ ਕਰਦੇ ਹੋ ਰਹਿਣੀ ਕਿਹੜੀ ਹੈ? ਸਤਿਗੁਰੂ ਦੱਸਦੇ ਪੂਰੇ ਪੂਰਨ ਸਤਿਗੁਰਾਂ ਦਾ ਜੋ ਅਪਾਰਾ ਪਾਰਾਵਾਰ ਤੋਂ ਰਹਿਤ ਸ਼ਬਦ ਉਪਦੇਸ਼ ਹੈ, ਉਸ ਸ਼ਬਦ ਦੀ ਕਮਾਈ ਹੀ ਪੂਰਨ ਰਹਿਣੀ ਹੈ। ਰਾਤੇ ਰੰਗ ਨਾਮ ਰਸ ਮਾਤੇ, ਨਾਨਕ ਹਰ ਗੁਰ ਕੀਨੀ ਦਾਤੇ। ਜੋ ਰੰਗ ਪ੍ਰੇਮ ਵਿੱਚ ਰੰਗੇ ਹਨ, ਉਹ ਨਾਮ ਰਸ ਵਿੱਚ ਮਸਤ ਹੋਏ ਹਨ। ਜੋ ਨਾਮ ਰੰਗ ਵਿੱਚ ਮਸਤ ਹੋਏ ਹਨ, ਉਹ ਵਾਹਿਗੁਰੂ ਦੇ ਰੰਗ ਵਿੱਚ ਰੰਗੇ ਹਨ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਜਿਨ੍ਹਾਂ ਨੂੰ ਹਰੀ ਵਾਹਿਗੁਰੂ ਦਾ ਸਰੂਪ ਪੂਰੇ ਗੁਰਾਂ ਨੇ ਨਾਮ ਦੀ ਦਾਤ ਦੇਣਾ ਕੀਤੀ ਹੈ, ਉਹ ਨਾਮ ਦੇ ਦੇਣੇ ਕਰਕੇ ਹੀ ਹਰੀ ਵਾਹਿਗੁਰੂ ਦਾ ਰੂਪ ਹੋ ਗਏ ਹਨ। ਪਾਤਸ਼ਾਹ ਦਾ ਪਾਵਨ ਵਾਕ ਹੈ, ਹਰ ਗੁਰ ਮੂਰਤ ਏਕਾ ਵਰਤੈ, ਨਾਨਕ ਹਰ ਗੁਰ ਪਾਇਆ। ਸਲੋਕ ਲਾਲਚ ਝੂਠ ਬਿਖੈ ਬਿਆਦ, ਇਆ ਦੇਹੀ ਮਹਿ ਬਾਸ। ਖਾਣ ਤੇ ਜੋੜਨ ਦਾ ਲਾਲਚ ਲੋਭ, ਝੂਠ ਬੋਲਣ ਦਾ ਸੁਭਾਅ, ਬਿਖੈ ਵਿਸ਼ੇ ਵਿਕਾਰਾਂ ਦੇ ਵਿਆਦ ਦੁੱਖ, ਵਿਆਦ ਰੋਗ ਲੱਗੇ ਰਹਿੰਦੇ ਆ। ਇਹ ਆ ਕਿ ਇਸ ਦੇਹੀ ਸਰੀਰ ਵਿੱਚ ਔਗਣਾਂ ਤੇ ਰੋਗਾਂ ਦਾ ਹੀ ਵਾਸਾ ਹੈ। ਹਰ ਹਰ ਅੰਮ੍ਰਿਤ ਗੁਰਮੁਖ ਪੀਆ, ਨਾਨਕ ਸੂਖ ਨਿਵਾਸ। ਸਤਿਗੁਰੂ ਜੀ ਕਥਨ ਕਰ ਰਹੇ ਹਨ ਕਿ ਜਿਨ੍ਹਾਂ ਗੁਰਮੁਖਾਂ ਨੇ ਗੁਰਾਂ ਦੁਆਰਾ ਸਭ ਨੂੰ ਹਰੇ ਭਰੇ ਕਰਨ ਵਾਲੇ ਹਰੀ ਵਾਹਿਗੁਰੂ ਦਾ ਅੰਮ੍ਰਿਤ ਅਮਰ ਕਰਨ ਵਾਲਾ ਨਾਮ ਰਸ ਪੀਤਾ ਹੈ, ਉਹਨਾਂ ਦਾ ਸੂਖ ਕਹੀਏ ਸੁਖ ਸਰੂਪ ਵਿੱਚ ਨਿਵਾਸ ਹੋ ਗਿਆ, ਵਾਸਾ ਹੁੰਦਾ ਹੈ। ਪੌੜੀ ਲੱਲਾ ਲਾਵੋ ਔਖਦ ਜਾਹੂ, ਦੁਖ ਦਰਦ ਤੇ ਮਿਟਹਿ ਖਿਨਾਹੂ। ਲੱਲੇ ਅੱਖਰ ਦੁਆਰਾ ਕਥਨ ਕਰ ਰਹੇ ਹਨ ਕਿ ਜਿਨ੍ਹਾਂ ਦੇ ਗੁਰੂ ਵੈਦ ਨਾਮ ਰੂਪ ਔਸ਼ਧੀ ਦਵਾਈ ਲਾ ਦਿੰਦੇ ਹਨ, ਉਹਨਾਂ ਜੀਵਾਂ ਦਾ ਜਨਮ ਮਰਨ ਦਾ ਦੁੱਖ ਤੇ ਅਗਿਆਨ ਦੀਆਂ ਦਰਦ ਤਕਲੀਫਾਂ ਪੀੜਾਂ ਖਿਨਾਹੂ ਛਿਨ ਵਿੱਚ ਹੀ ਨਾਸ਼ ਹੋ ਜਾਂਦੀਆਂ ਹਨ। ਖਿਨਾਹੂ ਕਹੀਏ, ਖਿਨਾਹੂ ਨਿਸ਼ਚੇ ਕਰਕੇ ਇੱਕ ਖਿਨ ਵਿੱਚ ਹੀ ਨਾਸ ਹੋ ਜਾਂਦੀਆਂ ਹਨ। ਨਾਮ ਔਖਦ ਜਿਹ ਹਿਰਦੈ ਹਿਤਾਵੈ, ਤਾਹਿ ਰੋਗ ਸੁਪਨੈ ਨਹੀਂ ਆਵੈ। ਜਿਨ੍ਹਾਂ ਦੇ ਹਿਰਦੇ ਨੂੰ ਨਾਮ ਰੂਪ ਔਖ ਦੀ ਦਵਾਈ ਹਿਤਾਵੈ ਪਿਆਰੀ ਭਾਵ ਚੰਗੀ ਲੱਗਦੀ, ਉਹਨਾਂ ਦੇ ਅਗਿਆਨ ਤੇ ਹੰਕਾਰ ਰੂਪ ਰੋਗ ਸੁਪਨੇ ਵਿੱਚ ਵੀ ਨਹੀਂ ਆਉਂਦੇ। ਤਾਹਿ ਕਹੀਏ ਉਹ ਰੋਗ ਦੀ ਨਿਆਈ ਸੰਸਾਰ ਰੂਪ ਸੁਪਨੇ ਵਿੱਚ ਨਹੀਂ ਆਉਂਦੇ। ਹਰ ਔਖਦ ਸਭ ਘਟ ਹੈ ਭਾਈ, ਗੁਰ ਪੂਰੇ ਬਿਨ ਬਿਦ ਨ ਬਨਾਈ। ਹੇ ਭਾਈ, ਹਰੀ ਵਾਹਿਗੁਰੂ ਦਾ ਨਾਮ ਔਸ਼ਧੀ ਭਾਵ ਦਵਾਈ ਸਾਰਿਆਂ ਦੇ ਘਟ ਹਿਰਦੇ ਵਿੱਚ ਹੀ ਹੈ, ਪਰੰਤੂ ਪੂਰਨ ਸਤਿਗੁਰਾਂ ਤੋਂ ਬਗੈਰ ਉਸ ਨੂੰ ਪਾਉਣ ਦੀ ਕਿਸੇ ਨੇ ਵੀ ਬਿਦ ਜੁਗਤੀ ਨਹੀਂ ਬਣਾਉਣਾ ਕੀਤੀ। ਗੁਰ ਪੂਰੈ ਸੰਜਮ ਕਰ ਦੀਆ, ਨਾਨਕ ਤਉ ਫਿਰ ਦੁਖ ਨ ਥੀਆ। ਪੂਰਨ ਸਤਿਗੁਰਾਂ ਨੇ ਜਗਿਆਸੂ ਰੂਪ ਜੀਵ ਨੂੰ ਇੰਦਰੀਆਂ ਦੇ ਦਮਨ ਕਰਨ ਰੂਪ ਸੰਜਮ ਪਰਹੇਜ਼ ਕਰਨਾ ਦੱਸ ਦਿੱਤਾ ਹੈ। ਪਰਾਏ ਰੂਪ ਵੇਖਣ ਤੋਂ ਸੰਕੋਚ ਕਰਾ ਦਿੱਤਾ ਹੈ। ਭਾਈ ਗੁਰਦਾਸ ਜੀ ਫਰਮਾਉਂਦੇ ਨਾ,
ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੈ। ਸਤਿਗੁਰੂ ਜੀ ਕਥਨ ਕਰ ਰਹੇ ਹਨ ਕਿ ਤਦ ਉਹਨਾਂ ਨੂੰ ਫਿਰ ਮੁੜ ਕੇ ਜੰਮਣ ਮਰਨ ਦਾ ਦੁੱਖ ਨਹੀਂ ਥੀਆ ਕਹੀਏ ਨਹੀਂ ਹੁੰਦਾ। ਸਲੋਕ ਵਾਸਦੇਵ ਸਰਬੱਦਰ ਮੈਂ ਊਨ ਨ ਕਤਹੂ ਠਾਏ। ਜੋ ਪਰਮੇਸ਼ਰ ਵਾਸਦੇਵ ਸਭ ਨੂੰ ਵਾਸਾ ਦੇਣ ਵਾਲਾ ਦੇਵ ਪ੍ਰਕਾਸ਼ ਰੂਪ ਤੇ ਸਰਬੱਤਰ ਸਾਰਿਆਂ ਅਸਥਾਨਾਂ ਮੈਂ ਕਹੀਏ ਵਿੱਚ ਸਮਾਨ ਸੱਤਾ ਕਰਕੇ ਪਰਿਪੂਰਨ ਹੋ ਰਿਹਾ ਹੈ, ਉਹ ਕਤਹੂ ਕਿਤੇ ਵੀ ਕਿਸੇ ਵੀ ਠਾਏ ਜਗ੍ਹਾ ਵਿੱਚ ਖਾਲੀ ਨਹੀਂ ਹੈ। ਭਾਵ ਊਣਤਾ ਹੀ ਨਹੀਂ ਹੈ, ਉਸ ਤੋਂ ਬਗੈਰ ਹੋਰ ਕੋਈ ਜਗ੍ਹਾ ਖਾਲੀ ਨਹੀਂ। ਅੰਤਰ ਬਾਹਰ ਸੰਗ ਹੈ ਨਾਨਕ ਕਾਏ ਦੁਰਾਏ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਉਹ ਪਰਮੇਸ਼ਰ ਦੇਹ ਦੇ ਅੰਦਰ ਤੇ ਬਾਹਰ ਸੰਗ ਕਹੀਏ ਨਾਲ ਹੀ ਰਹਿੰਦਾ ਹੈ, ਇਸ ਲਈ ਉਸ ਤੋਂ ਕਾਏ ਕਿਵੇਂ ਕਿਸੇ ਗੱਲ ਦਾ ਦੁਰਾਏ ਛੁਪਾ ਹੈ, ਉਹ ਸਭ ਕੁਝ ਜਾਣਦਾ। ਪੌੜੀ ਵਵਾ ਵੈਰ ਨ ਕਰੀਐ ਕਾਹੂ ਘਟ ਘਟ ਅੰਤਰ ਬ੍ਰਹਮ ਸਮਾਹੂ। ਵਵੇ ਅੱਖਰ ਦੁਆਰਾ ਕਥਨ ਕਰ ਰਹੇ ਹਨ ਕਿ ਕਿਸੇ ਨਾਲ ਵੀ ਵੈਰ ਦੁਸ਼ਮਣੀ ਨਾ ਕਰੀਏ, ਕਿਉਂਕਿ ਘਟਾਂ ਘਟਾਂ ਅੰਦਰ ਉਹ ਬ੍ਰਹਮ ਵਿਆਪਕ ਪਰਮੇਸ਼ਰ ਹੀ ਸਮਾਇਆ ਹੋਇਆ ਹੈ। ਵਾਸਦੇਵ ਜਲ ਥਲ ਮਹਿ ਰਵਿਆ ਗੁਰ ਪ੍ਰਸਾਦ ਵਿਰਲੇ ਹੀ ਗਵਿਆ। ਵਾਸਦੇਵ ਕਹੀਏ ਵਾਸ ਸਾਰਿਆਂ ਨੂੰ ਵਾਸਾ ਦੇਣ ਵਾਲਾ ਦੇਵ ਪ੍ਰਕਾਸ਼ ਰੂਪ ਪਰਮੇਸ਼ਰ ਜਲਾਂ ਵਿੱਚ ਥਲਾਂ ਵਿੱਚ ਸਾਰੇ ਥਾਈਂ ਰਮਿਆ ਹੈ, ਭਾਵ ਵਿਆਪ ਰਿਹਾ ਹੈ, ਮਿਲਿਆ ਹੋਇਆ। ਜਲ ਵਿੱਚ ਜਲਤਾ ਰੂਪ ਤੇ ਥਲਾਂ ਵਿੱਚ ਸਥਿਤ ਰੂਪ ਹੋ ਕੇ ਵਸਿਆ ਹੋਇਆ। ਜਲ ਦੀ ਨਿਆਈ ਉੱਤਮ ਅਧਿਕਾਰੀਆਂ ਦੇ ਅੰਦਰ ਪ੍ਰੇਮ ਰੂਪ ਹੋ ਕੇ, ਥਲ ਦੀ ਨਿਆਈ ਕਨਿਸ਼ਟ ਅਧਿਕਾਰੀਆਂ ਵਿੱਚ ਸਥਿਤ ਰੂਪ ਹੋ ਕੇ ਵਿਆਪਕ ਹੋ ਰਿਹਾ। ਉਸ ਪਰਮੇਸ਼ਰ ਨੂੰ ਗੁਰਪ੍ਰਸਾਦ ਸਤਿਗੁਰਾਂ ਦੀ ਕਿਰਪਾ ਕਰਕੇ ਕਿਸੇ ਵਿਰਲੇ ਨੇ ਹੀ ਗਵਿਆ ਜਾਣਿਆ ਹੈ, ਹਰੀ ਵਾਹਿਗੁਰੂ ਦੇ ਸਰੂਪ ਵਿੱਚ ਗਵਿਆ ਗਮਨ ਕੀਤਾ ਹੈ। ਵੈਰ ਵਿਰੋਧ ਮਿਟੇ ਤਿਹ ਮਨ ਤੇ ਹਰ ਕੀਰਤਨ ਗੁਰਮੁਖ ਜੋ ਸੁਨਤੇ। ਉਹਨਾਂ ਦੇ ਮਨ ਤੋਂ ਵੈਰ ਦੁਸ਼ਮਣੀ ਅਤੇ ਵਿਰੋਧ ਅਸਮਤਾ ਮਿਟ ਜਾਂਦੀ ਹੈ ਜਿਹੜੇ ਗੁਰਮੁਖ ਗੁਰਾਂ ਦੁਆਰਾ ਹਰੀ ਵਾਹਿਗੁਰੂ ਦੇ ਕੀਰਤਨ ਜਸ ਨੂੰ ਸੁਣਦੇ ਹਨ। ਵਰਨ ਚਿਹਨ ਸਗਲਹਿ ਤੇ ਰਹਿਤਾ ਨਾਨਕ ਹਰ ਹਰ ਗੁਰਮੁਖ ਜੋ ਕਹਿਤਾ। ਉਹ ਵਰਨ ਚਾਰ ਵਰਨਾ ਖੱਤਰੀ ਬ੍ਰਾਹਮਣ ਸ਼ੂਦਰ ਵੈਸ਼ ਕੰਠੀ ਮਾਲਾ ਰੁਦਰਾਖੀ ਚਿਹਨ ਚਿੰਨ੍ਹਾਂ ਆਦਿ ਸਾਰਿਆਂ ਤੋਂ ਰਹਿਤ ਹਨ, ਕਿਉਂਕਿ ਵਰਨਾ ਚਿਹਨਾਂ ਬਾਹਰਾ ਉਹ ਅਗਮ ਅਜਿੱਤਾ। ਸਤਿਗੁਰੂ ਜੀ ਕਥਨ ਕਰਦੇ ਹਨ ਜਿਹੜੇ ਗੁਰਮੁਖ ਬਣ ਕੇ ਸਭ ਨੂੰ ਹਰੇ ਭਰੇ ਕਰਨ ਵਾਲੇ ਹਰੀ ਵਾਹਿਗੁਰੂ ਦੇ ਨਾਮ ਨੂੰ ਕਹਿਤਾ ਕਹੀਏ ਉਚਾਰਦੇ ਹਨ। ਸਲੋਕ ਹਉ ਹਉ ਕਰਤ ਬਿਹਾਨੀਆਂ ਸਾਕਤ ਮੁਗਧ ਅਜਾਨ। ਸਾਕਤ ਹੁੰਦੇ ਬੁਰੇ ਭਾਵ ਮਨਮੁਖ ਸ਼ਕਤੀ ਦੇ ਉਪਾਸ਼ਕ ਕਠੋਰ ਚਿੱਤ ਵਾਲੇ ਪੁਰਖ। ਮੁਗਧ ਮੂਰਖ ਅਜਾਨ ਅਣਜਾਣ ਪੁਰਸ਼ ਦੀ ਉਮਰ ਹਉ ਹਉ ਮੈਂ ਕਰਦਿਆਂ ਹੀ ਬਿਹਾਨੀਆਂ ਕਹੀਏ ਬਤੀਤ ਹੁੰਦੀ ਹੈ। ਅੜੜਕ ਮੋਏ ਜਿਉ ਤ੍ਰਿਖਾਵੰਤ ਨਾਨਕ ਕਿਰਤ ਕਮਾਨ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਉਹ ਆਪਣੇ ਪੂਰਬਲੇ ਕਰਮਾਂ ਦੇ ਕਮਾਨ ਕਮਾਏ ਅਨੁਸਾਰ ਅੜੜਕ ਕਹੀਏ ਦੋ ਅੜਾੜੇ ਹਨ। ਕਈ ਵਾਰੀ ਕਈ ਸਾਡੇ ਭਰਾ ਅੜਾੜਾ ਰਾਰਾ ਪੜ੍ਹ ਜਾਂਦੇ ਹਨ, ਅੜਰਕ ਜਾਂ ਰਰਕ ਪੜ੍ਹ ਜਾਂਦੇ, ਸੋ ਖਿਆਲ ਨਾਲ ਬਾਣੀ ਨੂੰ ਪੜ੍ਹਨਾ ਹੈ। ਅੜਾੜਾ ਅੜਾੜਾ ਕੱਕੇ ਸਿਹਾਰੀ। ਅੜੜਕ ਕਹਿੰਦੇ ਤੜਫ ਕੇ ਮੋਏ ਮਰ ਗਏ ਹਨ, ਉਹ ਅੜੜਕ ਅੜਾ ਅੜਾ ਕੇ ਭਾਵ ਚਾਂਗਰਾਂ ਲੇਰਾਂ ਮਾਰ ਮਾਰ ਕੇ ਮਰ ਗਏ ਹਨ। ਜਿਵੇਂ ਤ੍ਰਿਖਾਵੰਤ ਪਿਆਸੇ ਪਚੂ ਕੱਟੇ ਆਦਿਕ ਅੜਿੰਗ ਭਾਵ ਦੁਖੀ ਹੋ ਕੇ ਮਰ ਜਾਂਦੇ ਹਨ। ਪੌੜੀ ਅੜਾੜਾ ਅੜਾੜ ਮਿਟੈ ਸੰਗ ਸਾਧੂ ਕਰਮ ਧਰਮ ਤਤ ਨਾਮ ਅਰਾਧੂ। ਅੜਾੜੇ ਅੱਖਰ ਦੁਆਰਾ ਹੁਣ ਕਥਨ ਕਰ ਰਹੇ ਹਨ ਕਿ ਸਾਧ ਸੰਗਤ ਕਰਕੇ ਝਗੜੇ ਵਾਲਾ ਸੁਭਾਅ ਮਿਟ ਜਾਂਦਾ ਹੈ। ਅਸੁਰੀ ਸੰਪਦਾ ਵੀ ਸ੍ਰੇਸ਼ਟ ਜਨਾਂ ਦੀ ਸੰਗਤ ਵਿੱਚ ਦੈਵੀ ਸੰਪਦਾ ਪ੍ਰਾਪਤ ਕਰਕੇ ਮਿਟ ਜਾਂਦੀ ਹੈ, ਕਿਉਂਕਿ ਸ੍ਰੇਸ਼ਟ ਜਨਾਂ ਦੀ ਸੰਗਤ ਕਰਕੇ ਸਾਰੇ ਨਿਤ ਨਿਮਿਤ ਕਰਮਾਂ ਜਗ ਆਦਿ ਧਰਮਾਂ ਦਾ ਸਿਧਾਂਤ ਰੂਪ ਪਰਮੇਸ਼ਰ ਦਾ ਨਾਮ ਆਰਾਧਨ ਲਈ ਮਿਲਦਾ ਹੈ। ਨਾਮ ਦਾ ਆਰਾਧਨਾ ਹੀ ਸਾਰੇ ਕਰਮਾਂ ਧਰਮਾਂ ਦਾ ਤਤ ਸਾਰਾਂਸ਼ ਹੈ, ਭਾਵ ਨਾਮ ਜਪਣ ਵਿੱਚ ਸਾਰੇ ਕਰਮ ਧਰਮ ਆ ਜਾਂਦੇ ਹਨ।
ਰੂੜੋ ਜੇਹ ਬਸਿਓ ਰਿਦ ਮਾਹੀ, ਓਆ ਕੀੜਾੜ ਮਿਟਤ ਬਿਨ ਸਾਹੀ। ਰੂੜੋ ਕਹੀਏ ਸੁੰਦਰ ਹਰੀ ਵਾਹਿਗੁਰੂ ਦਾ, ਜਿਹੇ ਕਹੀਏ ਜਿਸ ਦੇ ਹਿਰਦੇ ਮਾਹੀ ਵਿੱਚ ਵਾਸਾ ਹੋ ਗਿਆ। ਉਹਨਾਂ ਦੀ ਬਿਨਸਾਹੀ ਭਾਵ ਨਾਸ ਕਰਨ ਵਾਲੀ ੜਾੜ ਲੜਾਈ ਮਿਟ ਜਾਂਦੀ ਹੈ। ਅੜਾੜ ਕਰਤ ਸਾਕਤ ਗਾਵਾਰਾ, ਅੜਾੜ ਕਰਤ ਸਾਕਤ ਗਾਵਾਰਾ, ਜੇਹ ਹੀਐ ਅਹੰ ਬੁੱਧ ਬਿਕਾਰਾ। ਉਹ ਸਾਕਤ ਕਠੋਰ ਚਿੱਤ ਗਾਵਾਰਾ ਮੂਰਖ ਪੁਰਸ਼ ਅੜਾੜ ਝਗੜਾ ਕਰਦੇ ਹਨ, ਜਿਨ੍ਹਾਂ ਦੀ ਦੇਹੀਏ ਹਿਰਦੇ ਵਿੱਚ ਵਿਕਾਰਾ ਹੀ ਵਿਸ਼ੇ ਵਿਕਾਰ ਪੈਦਾ ਕਰਨ ਵਾਲੀ ਤੇ ਅਹੰਗ ਬੁੱਧ ਹੰਗਤਾ ਵਾਲੀ ਬੁੱਧੀ ਹੈ। ਅੜਾੜਾ ਗੁਰਮੁਖ ਅੜਾੜ ਮਿਟਾਈ, ਨਿਮਖ ਮਾਹੇ ਨਾਨਕ ਸਮਝਾਈ। ਅੜਾੜੇ ਅੱਖਰ ਦੁਆਰਾ ਫਿਰ ਕਥਨ ਕਰ ਰਹੇ ਹਨ ਕਿ ਸਤਿਗੁਰਾਂ ਦੀ ਕਿਰਪਾ ਕਰਕੇ ਗੁਰਮੁਖਾਂ ਦੇ ਅੰਦਰੋਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਆਦਿਕ ਅੜਾੜ ਕਹੀਏ ਲੜਾਈ ਮਿਟਦੀ ਹੈ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਗੁਰਮੁਖਾਂ ਨੂੰ ਗੁਰਾਂ ਨੇ ਇੱਕ ਨਿਮਖ ਖਿੰਨ ਮਾਤਰ ਵਿੱਚ ਹੀ ਤਤ ਸਰੂਪ ਦੀ ਪ੍ਰਾਪਤੀ ਵਾਲੀ ਸਿੱਖਿਆ ਸਮਝਾ ਦਿੱਤੀ ਹੈ। ਉਹਨਾਂ ਨੂੰ ਸਮਝ ਆ ਗਈ ਹੈ, ਕਿਉਂਕਿ ਉਹ ਕਹਿੰਦੇ ਹੁਣ ਆਤਮਾ ਪਰਾਤਮਾ ਏਕੋ ਕਰੈ, ਅੰਤਰ ਕੀ ਦੁਬਿਧਾ ਅੰਤਰ ਮਰੈ। ਸਲੋਕ ਸਾਧੂ ਕੀ ਮਨ ਓਟ ਗਹੁ, ਉਕਤ ਸਿਆਨਪ ਤਿਆਗ। ਹੇ ਭਾਈ ਸਾਧੂ ਸ੍ਰੇਸ਼ਟ ਗੁਰਮੁਖਾਂ ਦੀ, ਗੁਰਾਂ ਦੀ ਆਪਣੇ ਮਨ ਹਿਰਦੇ ਵਿੱਚ ਓਟ ਟੇਕ ਆਸਰਾ ਗ੍ਰਹਿਣ ਕਰੋ ਅਤੇ ਉਕਤ ਬਚਨਾਂ ਦੀ ਚਿਤਰਾਈ ਅਤੇ ਬੁੱਧੀ ਦੀ ਸਿਆਣਪ ਛੱਡ ਦੇਣਾ ਕਰੋ। ਗੁਰ ਦੀਖਿਆ ਜਿਹ ਮਨ ਬਸੈ, ਨਾਨਕ ਮਸਤਕ ਭਾਗ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਜਿਨ੍ਹਾਂ ਦੇ ਮਨ ਹਿਰਦੇ ਵਿੱਚ ਗੁਰ ਸਤਿਗੁਰਾਂ ਦੀ ਦੀਖਿਆ ਸਿੱਖਿਆ ਵਸਦੀ ਹੈ, ਉਹਨਾਂ ਦੇ ਮਸਤਕ ਮੱਥੇ ਦੇ ਉੱਤਮ ਭਾਗ ਹਨ। ਪੌੜੀ ਸੱਸਾ ਸਰਨ ਪਰੇ ਅਬਹਾਰੇ, ਸਾਸਤਰ ਸਿਮਰਤ ਵੇਦ ਪੂਕਾਰੇ। ਸੱਸੇ ਅੱਖਰ ਦੁਆਰਾ ਕਥਨ ਕਰ ਰਹੇ ਹਨ ਕਿ ਹੇ ਪਰਮੇਸ਼ਰ, ਅਬ ਕਹੀਏ ਹੁਣ ਅਸੀਂ ਹਾਰ ਥੱਕ ਕੇ ਤੁਹਾਡੀ ਸ਼ਰਨ ਓਟ ਵਿੱਚ ਪਏ ਹਾਂ। 6 ਸ਼ਾਸਤਰ 27 ਸਿਮਰਤੀਆਂ 4 ਵੇਦ ਵੀ ਤੁਹਾਡੇ ਜਸ ਦਾ ਪੂਕਾਰੇ ਢੰਡੋਰਾ ਦਿੰਦੇ ਹਨ। ਸੋਧਤ ਸੋਧਤ ਸੋਧ ਵਿਚਾਰਾ, ਬਿਨ ਹਰ ਭਜਨ ਨਹੀਂ ਛੁਟਕਾਰਾ। 6 ਸ਼ਾਸਤਰ 27 ਸਿਮਰਤੀਆਂ 4 ਵੇਦ 18 ਪੁਰਾਣ ਕੁੱਲ ਦੁਨੀਆ ਦੇ ਗ੍ਰੰਥ। ਇਹ ਸ਼ਾਸਤਰਾਂ ਨੂੰ ਬੋਧ ਵਿਚਾਰਿਆ, ਪੁਰਾਣਾਂ ਨੂੰ ਸੋਧਿਆ ਵਿਚਾਰਿਆ, ਸਿਮਰਤੀਆਂ ਨੂੰ ਸੋਧ ਵਿਚਾਰਿਆ, ਵੇਦਾਂ ਨੂੰ ਵਿਚਾਰਿਆ ਹੈ। ਸਰੀਰ ਕਰਕੇ ਸੋਧਤ ਵਿਚਾਰਿਆ, ਬਾਣੀ ਕਰਕੇ ਵਿਚਾਰਿਆ, ਮਨ ਕਰਕੇ ਸੋਧਿਆ ਅਤੇ ਸਤਸੰਗਤ ਦੁਆਰਾ ਵਿਚਾਰ ਕਰਕੇ ਇਹੋ ਨਿਸ਼ਚੈ ਕੀਤਾ ਹੈ ਕਿ ਹੇ ਹਰੀ ਪਰਮੇਸ਼ਰ, ਤੁਹਾਡੇ ਭਜਨ ਸਿਮਰਨ ਤੋਂ ਬਗੈਰ ਜੰਮਣ ਮਰਨ ਤੋਂ ਛੁੱਟਣਾ ਨਹੀਂ ਹੋ ਸਕਦਾ। ਸਾਸ ਸਾਸ ਹਮ ਭੂਲਨ ਹਾਰੇ, ਤੁਮ ਸਮਰੱਥ ਅਗਨਤ ਅਪਾਰੇ। ਹਮ ਕਹੀਏ ਅਸੀਂ ਸਵਾਸ ਸਵਾਸ ਭੁੱਲਣ ਵਾਲੇ ਹਾਂ, ਤੁਸੀਂ ਸਮਰੱਥ ਸਰਬ ਕਲਾ ਸਮਰੱਥ ਅਗਨਤ ਗਿਣਤੀ ਤੋਂ ਰਹਿਤ, ਅਪਾਰੇ ਪ੍ਰਕਿਰਤੀ ਪਾਰਾਵਾਰ ਤੋਂ ਰਹਿਤ ਹੋ। ਸਰਨ ਪਰੇ ਕੀ ਰਾਖ ਦਇਆਲਾ, ਨਾਨਕ ਤੁਮਰੇ ਬਾਲ ਗੋਪਾਲਾ। ਹੇ ਦਇਆਲਾ, ਦਇਆ ਦੇ ਆਲਾ ਘਰ ਪਰਮੇਸ਼ਰ, ਅਸੀਂ ਆਪ ਜੀ ਦੀ ਸਰਨ ਓਟ ਵਿੱਚ ਪਏ ਹਾਂ, ਕਿਰਪਾ ਕਰਕੇ ਸਾਡੀ ਰੱਖਿਆ ਕਰੋ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਹੇ ਗੋਪਾਲਾ, ਗੋ ਪ੍ਰਿਥਵੀ ਦੀ ਪਾਲਾ ਪਾਲਣਾ ਕਰਨ ਵਾਲੇ ਮਾਲਕ ਪਰਮੇਸ਼ਰ, ਅਸੀਂ ਤੁਹਾਡੇ ਬਾਲ ਬਾਲਕ ਹਾਂ, ਕਿਉਂਕਿ ਚੰਚਲ ਮਤ ਬਾਰਕ ਬਪਰੇ ਕੀ, ਸਰਪ ਅਗਨ ਕਰ ਮੇਲੈ। ਮਾਤਾ ਪਿਤਾ ਕੰਠ ਲਾਏ ਰਾਖੈ, ਆਨੰਦ ਸਹਿਜ ਤਬ ਖੇਲੈ। ਸਲੋਕ ਖੁਦੀ ਮਿਟੀ ਤਬ ਸੁਖ ਭਏ, ਮਨ ਤਨ ਭਏ ਅਰੋਗ। ਜਿਸ ਵਕਤ ਖੁਦੀ ਕਹੀਏ ਖੁਦ ਪਸੰਦੀ ਭਾਵ ਹੰਗਤਾ ਮਿਟ ਗਈ, ਤਦੋਂ ਸਾਰੇ ਹੀ ਸੁਖ ਪ੍ਰਾਪਤ ਹੋਏ ਹਨ। ਮਨ ਹਿਰਦੇ ਦੇ ਫੁਰਨੇ ਅਤੇ ਤਨ ਸਰੀਰ ਵਿਕਾਰਾਂ ਦੇ ਵੱਲੋਂ ਅਰੋਗ ਰੋਗ ਤੋਂ ਰਹਿਤ ਹੋਏ ਹਨ। ਨਾਨਕ ਦ੍ਰਿਸ਼ਟੀ ਆਇਆ, ਉਸਤਤ ਕਰਨੈ ਜੋਗ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਉਸਤਤ ਵਡਿਆਈ ਕਰਨੇ ਲਾਇਕ ਪਰਮੇਸ਼ਰ ਹੁਣ ਸਾਡੀ ਨਦਰ ਵਿੱਚ ਆਇਆ ਹੈ।
ਹੁਣ ਉਹ ਪਰਮੇਸ਼ਰ ਦ੍ਰਿਸ਼ਟੀ 'ਚ ਆ ਗਿਆ ਹੈ, ਜੋ ਸਭ ਬ੍ਰਹਮਾ ਵਿਸ਼ਨੂੰ ਆਦਿ ਦੇ ਜਸ ਕਰਨੇ ਯੋਗ ਹੈ। ਹੋਰ ਕਿਸੇ ਦੀ ਕੀ ਸਿਫਤ ਕਰਨੀ ਹੈ। ਇਸ ਲਈ ਇੱਕ ਵਾਹਿਗੁਰੂ ਦੀ ਹੀ ਸਿਫਤ ਕਰੀਏ। ਪੌੜੀ। ਖੱਖਾ ਖਰਾ ਸਰਾਹੋ ਤਾਹੂ, ਖੱਖਾ ਖਰਾ ਸਰਾਹੋ ਤਾਹੂ, ਜੋ ਖਿਨ ਮਹਿ ਊਨੇ ਸੁਬਰ ਪਰਾਹੂ। ਖੱਖੇ ਅੱਖਰ ਦੁਆਰਾ ਕਥਨ ਕਰ ਰਹੇ ਹਨ ਕਿ ਉਸ ਹਰੀ ਵਾਹਿਗੁਰੂ ਨੂੰ ਖਰਾ ਕਹੀਏ, ਚੰਗੀ ਤਰ੍ਹਾਂ ਸਰਾਹੋ ਸਲਾਹੁਣਾ ਕਰੋ। ਜੋ ਕਹੀਏ ਜਿਹੜਾ ਪਰਮੇਸ਼ਰ ਇੱਕ ਛਿਨ ਵਿੱਚ ਹੀ ਊਨੇ ਖਾਲੀਆਂ ਨੂੰ, ਹਿਰਦਿਆਂ ਨੂੰ ਸ਼ੁਭ ਗੁਣਾਂ ਨਾਲ ਭਰ ਦਿੰਦਾ ਹੈ, ਲਬਾ ਲਬ ਭਰਾਹੂ ਭਰ ਦਿੰਦਾ ਹੈ। ਖਰਾ ਨਿਮਾਨਾ ਹੋਤ ਪਰਾਨੀ, ਅਨ ਦਿਨ ਜਾਪੈ ਪ੍ਰਭ ਨਿਰਬਾਨੀ। ਹੇ ਪ੍ਰਾਨੀ ਜੀਵ, ਜੇਕਰ ਤੂੰ ਖਰਾ ਅਤੇ ਅੰਤ ਨਿਮਾਣਾ, ਮਾਣ ਤੋਂ ਰਹਿਤ ਭਾਵ ਨਿਮਰਤਾ ਵਾਲਾ ਹੋ ਜਾਵੇਂ ਅਤੇ ਨਿਰਬਾਨੀ ਬੰਧਨਾਂ ਤੋਂ ਰਹਿਤ ਪਰਮੇਸ਼ਰ ਦੇ ਨਾਮ ਨੂੰ ਅਨ ਦਿਨ ਕਹੀਏ, ਦਿਨ ਰਾਤ ਜਪਣਾ ਕਰੇ। ਭਾਵੈ ਖਸਮ ਤਾ ਉਆ ਸੁਖ ਦੇਤਾ, ਪਾਰ ਬ੍ਰਹਮ ਐਸੋ ਆਗਨਤਾ। ਜਦ ਤੂੰ ਖਸਮ ਮਾਲਕ ਪਰਮੇਸ਼ਰ ਨੂੰ ਭਾ ਗਿਆ, ਤਦ ਉਹ ਤੈਨੂੰ ਬ੍ਰਹਮਾਨੰਦ ਰੂਪੀ ਸੁਖ ਦੇਣਾ ਕਰੇਗਾ। ਉਹ ਪਾਰ ਬ੍ਰਹਮ ਹਰੀ ਪਰਮੇਸ਼ਰ ਅਜਿਹਾ ਆਗਨਤਾ ਬੇਅੰਤ ਹੈ। ਅਸੰਖ ਖਤੇ ਖਿਨ ਬਖਸ਼ਣ ਹਾਰਾ, ਨਾਨਕ ਸਾਹਿਬ ਸਦਾ ਦਇਆਰਾ। ਜੋ ਅਸੰਖ ਅਣਗਿਣਤ ਖਤੇ ਗੁਨਾਹਾਂ ਨੂੰ ਇੱਕ ਛਿਨ ਵਿੱਚ ਹੀ ਬਖਸ਼ਣ ਹਾਰਾ ਹੈ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਮੇਰਾ ਸਾਹਿਬ ਮਾਲਕ ਤਾਂ ਹਮੇਸ਼ਾ ਹੀ ਦਇਆਰਾ ਦਿਆਲਤਾ ਦਾ ਘਰ ਹੈ। ਸਲੋਕ। ਸਤ ਕਹੋ ਸੁਨ ਮਨ ਮੇਰੇ, ਸਰਨ ਪਰੋ ਹਰ ਰਾਏ। ਹੇ ਮੇਰੇ ਪਿਆਰੇ ਮਨਾ, ਸੁਣ ਸਰਵਣ ਕਰ, ਅਸੀਂ ਤੇਰੇ ਤਾਈਂ ਸੱਚਾ ਉਪਦੇਸ਼ ਕਹਿੰਦੇ ਹਾਂ। ਰਾਏ ਰਾਜਾ ਪ੍ਰਕਾਸ਼ ਰੂਪ ਪਰਮੇਸ਼ਰ ਦੀ ਸਰਨ ਓਟ ਵਿੱਚ ਪੈਣਾ ਕਰ। ਉਕਤ ਸਿਆਨਪ ਸਗਲ ਤਿਆਗ, ਨਾਨਕ ਲਏ ਸਮਾਏ। ਸਤਿਗੁਰੂ ਜੀ ਕਥਨ ਕਰ ਰਹੇ ਹਨ ਕਿ ਬਚਨਾਂ ਦੀਆਂ ਉਕਤ ਦਲੀਲਾਂ, ਬੁੱਧੀ ਦੀਆਂ ਸਿਆਣਪਾਂ, ਚਤਰਾਈਆਂ ਇਤਿਆਦ ਸਭ ਛੱਡ ਦੇਣਾ ਕਰ, ਤਿਆਗ ਦੇ। ਫਿਰ ਤੈਨੂੰ ਹਰੀ ਵਾਹਿਗੁਰੂ ਆਪਣੇ ਵਿੱਚ ਸਮਾਏ ਕਹੀਏ ਅਭੇਦ ਕਰ ਲਵੇਗਾ, ਮੇਲ ਲਵੇਗਾ। ਪੌੜੀ। ਸੱਸਾ ਸਿਆਨਪ ਛਾੜ ਏਆਨਾ, ਹਿਕਮਤ ਹੁਕਮ ਨ ਪ੍ਰਭ ਪਤੀ ਆਨਾ। ਹੁਣ ਸੱਸੇ ਅੱਖਰ ਦੁਆਰਾ ਕਥਨ ਕਰਦੇ ਹਨ ਕਿ ਹੇ ਏਆਨਾ ਮੂਰਖ ਜੀਵ, ਚਤਰਾਈ ਨੂੰ ਛੱਡ ਦੇਣਾ ਕਰ। ਹਿਕਮਤ ਹੁੰਦੀ ਚਤਰਾਈ ਅਤੇ ਹੁਕਮ ਆਦੇਸ਼ ਕਰਨੇ ਕਰਕੇ ਉਹ ਪ੍ਰਭੂ ਹਰੀ ਵਾਹਿਗੁਰੂ ਜੀ ਭਤੀਜਦਾ ਨਹੀਂ ਹੈ। ਸਹਿਸ ਭਾਤ ਕਰਹਿ ਚਤੁਰਾਈ, ਸੰਗ ਤੁਹਾਰੈ ਏਕ ਨ ਜਾਈ। ਜੋ ਸਹਿਸ ਹਜ਼ਾਰ ਭਾਤ ਕਹੀਏ ਪ੍ਰਕਾਰ ਦੀਆਂ ਪੁਸਤਕਾਂ ਪੜ੍ਹ ਕੇ ਚਤੁਰਾਈਆਂ ਸਿਆਣਪਾਂ ਕਰਦਾ ਹੈ ਨਾ, ਅੰਤ ਨੂੰ ਉਹਨਾਂ ਵਿੱਚੋਂ ਤੇਰੇ ਸੰਗ ਨਾਲ ਇੱਕ ਨੇ ਵੀ ਨਹੀਂ ਜਾਣਾ। ਸੋ ਸੋ ਜਪ ਦਿਨ ਰਾਤੀ, ਰੇ ਜੀ ਚੱਲੈ ਤੁਹਾਰੈ ਸਾਥੀ। ਉਸ ਪਰਮੇਸ਼ਰ ਨੂੰ ਮਨ ਕਰਕੇ, ਸੋ ਉਸ ਪਰਮੇਸ਼ਰ ਨੂੰ ਤਨ ਕਰਕੇ ਦਿਨ ਦਿਵਸ ਰਾਤ ਰਹਿਣ ਜਪਣਾ ਕਰ। ਉਹ ਅਕਾਲ ਪੁਰਖ ਜੋ ਮਾਤਾ ਦੇ ਗਰਭ ਵਿੱਚ ਪਾਲਣਾ ਕਰਨ ਵਾਲਾ ਅਤੇ ਹੁਣ ਜੋ ਪਰੋਖ ਹੋ ਕੇ ਪਾਲਣਾ ਕਰਦਾ ਹੈ, ਉਸੇ ਵਾਹਿਗੁਰੂ ਦੇ ਜਾਪ ਨੂੰ ਦਿਨ ਰਾਤ ਹੀ ਜਪਣਾ ਕਰ। ਫਿਰ ਅਵਿਦਿਆ ਰੂਪੀ ਰਾਤ ਤੋਂ ਗਿਆਨ ਰੂਪ ਦਿਨ ਚੜ੍ਹ ਜਾਵੇਗਾ। ਹਰੇਕ ਇਹ ਜੀ ਜੀਵ ਪਰਲੋਕ ਵਿੱਚ ਕੀਤਾ ਸਿਮਰਨ ਤੁਹਾਡੇ ਨਾਲ ਸੰਗੀ ਹੋ ਕੇ ਚੱਲੇਗਾ। ਸਾਧ ਸੇਵਾ ਲਾਵੈ ਜੇ ਆਪੈ, ਨਾਨਕ ਤਾਕੋ ਦੁਖ ਨ ਵਿਆਪੈ। ਜਿਨ੍ਹਾਂ ਨੂੰ ਪਰਮੇਸ਼ਰ ਆਪ ਕਿਰਪਾ ਕਰਕੇ ਸਾਧ ਕਹੀਏ ਸ੍ਰੇਸ਼ਟ ਜਨਾਂ ਦੀ ਸੇਵਾ ਟਹਿਲ ਵਿੱਚ ਲਾਉਂਦਾ ਹੈ, ਗੁਰੂ ਜੀ ਕਥਨ ਕਰਦੇ ਹਨ ਉਹਨਾਂ ਨੂੰ ਜੰਮਣ ਮਰਨ ਰੂਪ ਦੁੱਖ ਨਹੀਂ ਵਿਆਪਦਾ, ਨਹੀਂ ਲੱਗਦਾ। ਸਲੋਕ। ਹਰ ਹਰ ਮੁਖ ਤੇ ਬੋਲਣਾ, ਮਨ ਬੂਠੈ ਸੁਖ ਹੋਏ। ਸਭ ਨੂੰ ਹਰੇ ਪਰੇ ਕਰਨ ਵਾਲੇ ਹਰੀ ਵਾਹਿਗੁਰੂ ਦੇ ਨਾਮ ਨੂੰ ਮੂੰਹ ਤੋਂ ਬੋਲਣਾ, ਉਚਾਰਨ ਕਰਨ ਅਤੇ ਮਨ ਹਿਰਦੇ ਵਿੱਚ ਨਾਮ ਨੂੰ ਬੂਠੈ ਵਸਾਉਣ ਕਰਕੇ ਆਤਮਾ ਆਨੰਦ ਦੇ ਸੁੱਖ ਦੀ ਪ੍ਰਾਪਤੀ ਹੁੰਦੀ ਹੈ। ਨਾਨਕ ਸਭ ਮਹਿ ਰਵ ਰਹਿਆ,
ਥਾਨ ਥਨੰਤਰ ਸੋਏ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਸਾਰਿਆਂ ਵਿੱਚ ਹਰੀ ਵਾਹਿਗੁਰੂ ਰਵ ਰਿਹਾ, ਵਿਆਪਕ ਹੋ ਰਿਹਾ, ਅਤੇ ਸਾਰੇ ਥਾਵਾਂ ਤੇ ਥਨੰਤਰ ਥਾਵਾਂ ਦੇ ਅੰਦਰ ਉਹ ਵਾਹਿਗੁਰੂ ਆਪ ਹੀ ਹੈ। ਪੌੜੀ। ਹੀਰੋ ਘਟ ਘਟ ਸਗਲ ਕੈ ਪੂਰ ਰਹੇ ਭਗਵਾਨ। ਸਾਰਿਆਂ ਘਟਾਂ ਘਟਾਂ ਵਿੱਚ ਵਿਚਾਰ ਰੂਪੀ ਦ੍ਰਿਸ਼ਟੀ ਨਾਲ ਹੀਰੋ ਹੁੰਦਾ ਵੇਖਣਾ ਕਰੋ। ਵਿਚਾਰ ਦ੍ਰਿਸ਼ਟੀ ਕਰਕੇ ਹੀਰੋ ਵੇਖੋ। ਹਰੀ ਸਗਲ ਸਾਰਿਆਂ ਘਟਾਂ ਘਟਾਂ ਵਿੱਚ ਵਿਆਪਕ ਹੈ। ਉਹ ਭਗਵਾਨ ਪਰਮੇਸ਼ਰ ਪੂਰਨ ਵਿਆਪਕ ਹੋ ਰਿਹਾ। ਮੈਂ ਪਰਮੇਸ਼ਰ ਜੀ ਨੂੰ ਸਾਰੇ ਘਟਾਂ ਘਟਾਂ ਦੇ ਵਿੱਚ ਪੂਰਨ ਹੋ ਰਹੇ ਵੇਖ ਰਿਹਾ ਹਾਂ। ਹੋਵਤ ਆਏ ਸਦ ਸਦੀਵ ਦੁਖ ਭੰਜਨ ਗੁਰ ਗਿਆਨ। ਜੋ ਪਰਮੇਸ਼ਰ ਅੱਗੇ ਨੂੰ ਹਮੇਸ਼ਾ ਹੋਣ ਵਾਲਾ ਹੈ, ਪਿੱਛੋਂ ਹੁੰਦਾ ਆਇਆ ਹੈ ਤੇ ਵਰਤਮਾਨ ਵਿੱਚ ਵੀ ਸਦਾ ਹੀ ਰਹੇਗਾ, ਉਸ ਦੁੱਖ ਭੰਜਨ ਦੁੱਖ ਦੇ ਭੰਨਣ ਵਾਲੇ ਪਰਮੇਸ਼ਰ ਸਰੂਪ ਦਾ ਗੁਰਾਂ ਦੁਆਰਾ ਗਿਆਨ ਹੁੰਦਾ। ਹਉ ਛੁਟਕੈ ਹੋਏ ਆਨੰਦ ਤੇ ਹਉ ਨਾਹੀ ਤਹ ਆਪ। ਜਿਸ ਪੁਰਸ਼ ਦੇ ਅੰਦਰੋਂ ਦੇਹ ਅਧਿਆਸ ਕਾਰਨ ਸੂਖਮ ਸਥੂਲ ਦੀ ਹਉ ਹੰਗਤਾ ਛੁਟ ਕੇ ਕਹੀਏ ਮਿਟ ਜਾਂਦੀ, ਛੁੱਟ ਜਾਂਦੀ, ਉਸ ਨੂੰ ਆਨੰਦ ਸਰੂਪ ਦੀ ਸਾਖਿਆਤਤਾ ਹੋ ਜਾਂਦੀ ਹੈ। ਜਿੱਥੇ ਹਉ ਹੰਗਤਾ ਨਹੀਂ ਹੈ ਉੱਥੇ ਆਪ ਪਰਮੇਸ਼ਰ ਸਾਖਿਆਤ ਹੁੰਦਾ। ਹਤੇ ਦੁਖ ਜਨਮਹਿ ਮਰਨ ਸੰਤ ਸੰਗ ਪ੍ਰਤਾਪ। ਸੰਤ ਸੰਗ ਕਹੀਏ ਸੰਤਾਂ ਦੀ ਸੰਗਤ ਦੇ ਪ੍ਰਤਾਪ ਤੇਜ ਕਰਕੇ, ਪਰ ਵਿਸ਼ੇਸ਼ ਕਰਕੇ ਆਦਿ ਵਿਆਧੀ ਉਪਾਧੀ ਆਦ ਤੇ ਤਾਪ ਤੇ ਜੰਮਣ ਮਰਨ ਦੇ ਦੁੱਖ ਹਤੇ ਨਾਸ ਹੋ ਜਾਂਦੇ ਹਨ। ਹਿਤ ਕਰ ਨਾਮ ਦ੍ਰਿੜੈ ਦਇਆਲਾ ਸੰਤਹਿ ਸੰਗ ਹੋਤ ਕਿਰਪਾਲਾ। ਜੋ ਹਿਤ ਪ੍ਰੇਮ ਕਰਕੇ ਦਇਆਲਾ ਦਇਆ ਦੇ ਘਰ ਹਰੀ ਵਾਹਿਗੁਰੂ ਦੇ ਨਾਮ ਨੂੰ ਦ੍ਰਿੜੈ ਪੱਕਾ ਕਰਦੇ ਹਨ, ਉਹਨਾਂ ਸੰਤ ਸੰਗਤ ਕਰਨ ਵਾਲਿਆਂ ਤੇ ਸਤਿਗੁਰੂ ਜੀ ਕਿਰਪਾਲੂ ਹੁੰਦੇ ਹਨ। ਊਰੈ ਕਛੂ ਨ ਕਿਨਹੂ ਕੀਆ ਨਾਨਕ ਸਭ ਕਛ ਪ੍ਰਭ ਤੇ ਹੁਆ। ਪਰਮੇਸ਼ਰ ਤੋਂ ਊਰੈ ਹੋਰ ਕਿਸੇ ਨੇ ਵੀ ਕੁਝ ਵੀ ਨਹੀਂ ਕੀਤਾ। ਊਰਿਓਂ ਆਪਣੇ ਵੱਲੋਂ ਅਲਭਗਤਾ ਵਾਲੇ ਜੀਵਾਂ ਨੇ ਕੁਝ ਨਹੀਂ ਕੀਤਾ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਸਾਰਾ ਕੁਝ ਹਰੀ ਵਾਹਿਗੁਰੂ ਦੀ ਕਿਰਪਾ ਦ੍ਰਿਸ਼ਟੀ ਤੋਂ ਹੀ ਹੋਇਆ ਹੈ। ਭਾਵ ਉਪਾਸ਼ਕਾਂ ਦੀ ਦ੍ਰਿਸ਼ਟੀ ਹੈ ਕਿ ਸਭ ਕੁਝ ਵਾਹਿਗੁਰੂ ਵੱਲੋਂ ਹੀ ਹੋ ਰਿਹਾ ਹੈ। ਸਲੋਕ ਲੇਖੈ ਕਤਹਿ ਨ ਛੂਟੀਐ ਖਿਨ ਖਿਨ ਭੂਲਨ ਹਾਰ। ਹੇ ਪਰਮੇਸ਼ਰ, ਕਰਮਾਂ ਦੇ ਲੇਖੇ ਹਿਸਾਬ ਕਿਤਾਬ ਕਰਨ ਨਾਲ ਅਸੀਂ ਕਦੇ ਵੀ ਛੁੱਟ ਨਹੀਂ ਸਕਾਂਗੇ, ਮੁਕਤ ਨਹੀਂ ਹੋ ਸਕਾਂਗੇ। ਅਸੀਂ ਤਾਂ ਛਿਨ ਛਿਨ ਕਾਲ ਵਿੱਚ ਭੁੱਲਣ ਵਾਲੇ ਹਾਂ, ਗਲਤੀਆਂ ਕਰਨ ਵਾਲੇ ਹਾਂ। ਅਸੀਂ ਤਾਂ ਇਹ ਹਾਲਤ ਹੈ ਸਾਡੀ, ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ। ਦਇਆ ਕਰੋ ਕਿਛ ਮਿਹਰ ਉਪਾਵੋ ਡੁੱਬਦੇ ਪੱਥਰ ਤਾਰੇ। ਕਾਗਦ ਲੇਖਾ ਜੋ ਕਰੋ ਕਹਾਂ ਪੁਜਾਵੋ ਨਾਥ। ਔਗਣ ਮੇਰੇ ਬਖਸੀਐ ਮਾਥੇ ਧਰੀਐ ਹਾਥ। ਇਹ ਸ਼ਾਸਤਰ ਪ੍ਰਮਾਣ ਹੈ। ਬਖਸਨ ਹਾਰ ਬਖਸ ਲੈ ਨਾਨਕ ਪਾਰ ਉਤਾਰ। ਹੇ ਬਖਸ਼ਣ ਹਾਰ ਬਖਸ਼ਣ ਹਾਰੇ ਹਰੀ ਵਾਹਿਗੁਰੂ, ਤੁਸੀਂ ਹੀ ਸਾਨੂੰ ਕਿਰਪਾ ਕਰਕੇ ਬਖਸ਼ ਲੈਣਾ ਕਰੋ ਅਤੇ ਸੰਸਾਰ ਸਮੁੰਦਰ ਤੋਂ ਪਾਰ ਉਤਾਰਨਾ ਕਰੋ। ਪੌੜੀ। ਲੂਣ ਹਰਾਮੀ ਗੁਨਹਗਾਰ ਬੇਗਾਨਾ ਅਲਪਮਤ। ਇਹ ਜੀਵ ਤਾਂ ਲੂਣ ਹਰਾਮੀ ਨਮਕ ਖਾ ਕੇ ਕੀਤੇ ਹੋਏ ਉਪਕਾਰ ਨੂੰ ਭੁਲਾਉਣ ਵਾਲੇ ਅਕਿਰਤਕਣ, ਗੁਨਹਗਾਰ, ਅਪਰਾਧੀ, ਬੇਗਾਨਾ, ਬੇਗਿਆਤ ਅਤੇ ਅਲਪਮਤ ਤੁਛ ਬੁੱਧੀ ਵਾਲੇ ਹਨ। ਅਸੀਂ ਅਲਪਮਤ ਤੁਛ ਬੁੱਧੀ ਵਾਲੇ ਜੀਵ ਬੇ ਕਹੀਏ ਦਵੈਤ ਦੇ, ਗਾਨਾ ਕਹੀਏ ਗਾਇਨ ਕਰਨ ਵਾਲੇ ਹਾਂ। ਜੀਉ ਪਿੰਡ ਜਿਨ ਸੁਖ ਦੀਏ ਤਾਹਿ ਨ ਜਾਣਤ ਤਤ। ਜਿਸ ਵਾਹਿਗੁਰੂ ਨੇ ਇਸ ਜੀਵਾਂ ਨੂੰ ਸੂਖਮ ਸਥੂਲ ਪਿੰਡ ਸਰੀਰ ਅਤੇ ਸਾਰੇ ਸੁੱਖ ਦਿੱਤੇ ਹਨ, ਪਰ ਤਾਹੇ ਉਸ ਦੇ ਤਤ ਸਾਰ ਦੁੱਖ ਰੂਪ ਨੂੰ ਜਾਣਦੇ ਹੀ ਨਹੀਂ। ਲਾਹਾ ਮਾਇਆ ਕਾਰਨੇ ਦਹਿ ਦਿਸ ਢੂਡਨ ਜਾਏ। ਜੀਵ ਮਾਇਆ ਦੇ ਲਾਭ ਵਾਸਤੇ ਹੀ ਦਸੋਂ ਦਿਸ਼ਾਵਾਂ ਵਿੱਚ
ਭਾਲਣ ਲਈ ਜਾਂਦੇ ਹਨ। ਦੇਵਨਹਾਰ ਦਾਤਾਰ ਪ੍ਰਭ ਨਿਮਖ ਨ ਮਨ ਹੈ ਬਸਾਏ। ਜੋ ਸੂਖਮ ਸਥੂਲ ਕਾਰਨ ਦੇਹਾਂ ਨੂੰ ਦੇਣ ਵਾਲਾ ਦਾਤਾਰ ਦਾਤਾ ਪ੍ਰਭੂ ਹਰੀ ਵਾਹਿਗੁਰੂ ਹੈ, ਉਸ ਨੂੰ ਇੱਕ ਛਿਨ ਭਾਵ ਅੱਖਾਂ ਖੋਲ੍ਹਣ ਤੇ ਮੀਚਣ ਬੰਦ ਕਰਨ ਜਿੰਨਾ ਸਮਾਂ ਵੀ ਹਿਰਦੇ ਵਿੱਚ ਵਸਾਉਣਾ ਨਹੀਂ ਕਰਦੇ। ਲਾਲਚ ਝੂਠ ਬੇਕਾਰ ਮੋਹ ਇਆ ਸੰਪੈ ਮਨ ਮਾਹੇ। ਪਦਾਰਥਾਂ ਦਾ ਲਾਲਚ, ਲੋਭ, ਝੂਠ ਬੋਲਣਾ, ਬੇਕਾਰ ਵਿਸ਼ੇ ਵਿਕਾਰ, ਸਰੀਰਾਂ ਦਾ ਮੋਹ ਪਿਆਰ ਹੈ। ਇਹੋ ਸੰਪੈ ਵਿਭੂਤੀ ਆਸਰੀ ਸੰਪਦਾ ਮਨ ਹਿਰਦੇ ਵਿੱਚ ਇਕੱਠੀ ਕਰ ਰੱਖੀ ਹੈ। ਲੰਪਟ ਚੋਰ ਨਿੰਦਕ ਮਹਾ ਤਿਨਹੂ ਸੰਗ ਬਿਹਾਏ। ਜਿਹੜੇ ਪਰਾਏ ਘਰਾਂ ਵਿੱਚ ਲੰਪਟ ਕਹੀਏ ਖਚਤ ਹੋਏ ਰਹਿੰਦੇ, ਚੋਰ ਚੋਰੀ ਕਰਦੇ ਹਨ ਅਤੇ ਮਹਾਂ ਵੱਡੇ ਨਿੰਦਕ ਹਨ, ਉਹਨਾਂ ਦੇ ਨਾਲ ਜੀਵ ਦੀ ਉਮਰ ਬਿਹਾਏ ਬਤੀਤ ਹੋ ਰਹੀ ਹੈ। ਤੁਧ ਭਾਵੈ ਤਾ ਬਖਸ਼ ਲੈ ਖੋਟੇ ਸੰਗ ਖਰੇ। ਹੇ ਪਰਮੇਸ਼ਰ, ਜੇਕਰ ਤੁਹਾਨੂੰ ਭਾ ਜਾਵੇ ਤਾਂ ਸਾਨੂੰ ਬਖਸ਼ ਲੈਣਾ ਕਰੋ। ਭਾਵੇਂ ਅਸੀਂ ਖੋਟਤਾਈ ਵਾਲੇ ਹਾਂ, ਖੋਟੇ ਹਾਂ, ਭਾਵੇਂ ਅਸੀਂ ਖਰੇ ਚੰਗੇ ਹਾਂ, ਪਰ ਤੇਰੀ ਸੰਗਤ ਦੇ ਆਸਰੇ ਹਾਂ। ਆਪ ਜੀ ਬਖਸ਼ ਲੈਣਾ ਕਰੋ। ਨਾਨਕ ਭਾਵੈ ਪਾਰ ਬ੍ਰਹਮ ਪਾਹਨ ਨੀਰ ਤਰੇ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਹੇ ਪਾਰ ਬ੍ਰਹਮ ਵਾਹਿਗੁਰੂ, ਜਦੋਂ ਆਪ ਜੀ ਨੂੰ ਭਾ ਜਾਵੇ ਤਾਂ ਨੀਰ ਪਾਣੀ ਤੇ ਪਾਹਨ ਪੱਥਰ ਵੀ ਤਰ ਜਾਂਦੇ ਹਨ। ਸਲੋਕ ਖਾਤ ਪੀਤ ਖੇਲਤ ਹਸਤ ਭਰਮੇ ਜਨਮ ਅਨੇਕ। ਹੇ ਪਰਮੇਸ਼ਰ, ਅਸੀਂ ਤਾਂ ਖਾਂਦਿਆਂ ਪੀਤ ਪੀਂਦਿਆਂ ਖੇਲਤ ਖੇਲਦਿਆਂ ਹਸਤ ਕਹੀਏ ਹੱਸਦਿਆਂ ਅਨੇਕਾਂ ਜਨਮਾਂ ਵਿੱਚ ਭਟਕਦੇ ਆਏ ਹਾਂ, ਚੱਕਰ ਕੱਢਦੇ ਆਏ ਹਾਂ। ਭਵ ਜਲ ਤੇ ਕਾਢੋ ਪ੍ਰਭੂ ਨਾਨਕ ਤੇਰੀ ਟੇਕ। ਹੇ ਵਾਹਿਗੁਰੂ, ਭਵਜਲ ਸੰਸਾਰ ਸਮੁੰਦਰ ਦੇ ਜੰਮਣ ਮਰਨ ਰੂਪ ਜਲ ਤੋਂ ਸਾਨੂੰ ਕੱਢਣਾ ਕਰੋ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਅਸੀਂ ਤਾਂ ਕੇਵਲ ਤੁਹਾਡੀ ਹੀ ਓਟ ਗ੍ਰਹਿਣ ਕੀਤੀ ਹੈ। ਪੌੜੀ ਖੇਲਤ ਖੇਲਤ ਆਇਓ ਅਨਕ ਜੂਨ ਦੁਖ ਪਾਏ। ਇਹ ਜੀਵ ਜੂਨਾਂ ਵਿੱਚ ਖੇਡਦੇ ਖੇਡਦੇ ਭਾਵ ਕਦੇ ਕਿਸੇ ਜੂਨ ਕਦੇ ਕਿਸੇ ਜੂਨ ਵਿੱਚ ਫਿਰਦੇ ਫਿਰਦੇ ਆਏ ਹਨ ਅਤੇ ਅਨੇਕਾਂ ਜੂਨਾਂ ਵਿੱਚ ਭਟਕ ਕੇ ਜੰਮਣ ਮਰਨ ਰੂਪ ਦੁੱਖ ਨੂੰ ਹੀ ਪਾਉਣਾ ਕਰਦੇ ਆਏ ਹਨ। ਖੇਦ ਮਿਟੇ ਸਾਧੂ ਮਿਲਤ ਸਤਿਗੁਰ ਬਚਨ ਸਮਾਏ। ਸਤਿਗੁਰ ਬਚਨ ਸਮਾਏ। ਜਿਹੜੇ ਸਾਧੂ ਸ੍ਰੇਸ਼ਟ ਜਨਾਂ ਨਾਲ ਮਿਲੇ ਹਨ, ਉਹਨਾਂ ਦੇ ਜੰਮਣ ਮਰਨ ਰੂਪ ਦੁੱਖ ਮਿਟ ਗਏ ਹਨ ਅਤੇ ਉਹ ਸਤਿਗੁਰਾਂ ਦੇ ਬਚਨ ਕਮਾ ਕੇ ਵਾਹਿਗੁਰੂ ਵਿੱਚ ਸਮਾਏ ਅਭੇਦ ਹੋ ਗਏ ਹਨ। ਖਿਮਾ ਗਹੀ ਸੱਚ ਸੰਚਿਓ ਖਾਇਓ ਅੰਮ੍ਰਿਤ ਨਾਮ। ਜਿਨ੍ਹਾਂ ਨੇ ਖਿਮਾ ਕਹੀਏ ਛਿਮਾ ਬਰਦਾਸ਼ਤ ਵਾਲੀ ਬਿਰਤੀ ਗ੍ਰਹਿਣ ਕਰਕੇ ਸੱਚ ਨੂੰ ਇਕੱਤਰ ਕਰ ਲਿਆ ਹੈ, ਉਹਨਾਂ ਨੇ ਅੰਮ੍ਰਿਤ ਨਾਮ ਰੂਪੀ ਭੋਜਨ ਤਾਈਂ ਖਾਣਾ ਕੀਤਾ ਹੈ। ਖਰੀ ਕਿਰਪਾ ਠਾਕੁਰ ਭਈ ਆਨੰਦ ਸੂਖ ਬਿਸਰਾਮ। ਉਹਨਾਂ ਉੱਤੇ ਠਾਕੁਰ ਹਰੀ ਵਾਹਿਗੁਰੂ ਦੀ ਚੰਗੀ ਭਾਵ ਅਤਿਅੰਤ ਹੀ ਕਿਰਪਾ ਹੋਈ ਹੈ ਅਤੇ ਉਹਨਾਂ ਨੇ ਮਨ ਬਾਣੀ ਸਰੀਰ ਕਰਕੇ ਆਨੰਦ ਸੁਖ ਸਰੂਪ ਵਿੱਚ ਬਿਸਰਾਮ ਸਥਿਤੀ ਪਾਈ ਹੈ। ਖੇਪ ਨਿਭਾਹੀ ਬਹੁਤ ਲਾਭ ਘਰ ਆਏ ਪਤਵੰਤ। ਉਹਨਾਂ ਜਗਿਆਸੂ ਜਨਾਂ ਦੀ ਜੋ ਭਗਤੀ ਰੂਪ ਖੇਮ ਰਾਸ ਸੀ, ਉਹ ਪਰਮੇਸ਼ਰ ਨੇ ਸਿਰੇ ਤੱਕ ਨਿਭਾ ਦਿੱਤੀ ਤਾਂ ਬਹੁਤ ਭਾਰੀ ਲਾਭ ਲਾਹਾ ਪ੍ਰਾਪਤ ਹੋਇਆ। ਘਰ ਆਏ ਪਤਵੰਤ, ਸੋ ਇਸ ਕਰਕੇ ਘਰ ਉਹ ਸਾਧ ਸੰਗਤ ਰੂਪੀ ਘਰ ਵਿੱਚ ਆ ਕੇ ਪਤਵੰਤ ਪਤ ਆਬਰੋ ਵਾਲੇ ਹੋਏ, ਭਾਵ ਸਰੂਪ ਰੂਪੀ ਘਰ ਤੁਰੀਆ ਪਦ ਵਿੱਚ ਪਤਵੰਤ ਕਹੀਏ ਇੱਜ਼ਤ ਵਾਲੇ ਹੋਏ ਹਨ। ਖਰਾ ਦਿਲਾਸਾ ਗੁਰ ਦੀਆ ਆਏ ਮਿਲੇ ਭਗਵੰਤ। ਜਦ ਸਤਿਗੁਰਾਂ ਨੇ ਚੰਗਾ ਭਾਵ ਅਤਿਅੰਤ ਦਿਲਾਸਾ ਧੀਰਜ ਦੇਣਾ ਕੀਤਾ ਤਾਂ ਫਿਰ ਭਗਵੰਤ ਅਕਾਲ ਪੁਰਖ ਆ ਕੇ ਪ੍ਰਾਪਤ ਹੋਏ। ਫਿਰ ਨਿਸ਼ਚਾ ਹੋ ਗਿਆ ਆਪਨ ਕੀਆ ਕਰਹਿ ਆਪ ਆਗੈ ਪਾਛੈ ਆਪ। ਫਿਰ ਇਹ ਨਿਸ਼ਚਾਇਆ ਕਿ ਪਿੱਛੇ ਵੀ ਹਰੀ ਵਾਹਿਗੁਰੂ ਸਭ ਕੁਝ ਆਪ ਹੀ ਸੀ, ਹੁਣ ਵੀ ਆਪ ਹੀ ਸਭ ਕੁਝ ਕਰ ਰਿਹਾ ਅਤੇ ਅੱਗੇ ਨੂੰ ਵੀ ਸਭ ਕੁਝ ਆਪ ਹੀ ਕਰੇਗਾ। ਆਗੈ ਪਾਛੈ ਆਪ, ਅੱਗੇ ਪਿੱਛੇ ਸਾਰੇ ਪਾਸੇ ਆਪ ਹੀ ਹੈ।
ਨਾਨਕ ਸੋਊ ਸਰਾਹੀਐ ਜੇ ਘਟ ਘਟ ਰਹਿਆ ਬਿਆਪ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਸੋਊ ਕਹੀਏ ਉਸ ਵਾਹਿਗੁਰੂ ਹਰੀ ਨੂੰ ਸਲਾਹੁਣਾ ਕਰੀਏ ਜਿਹੜਾ ਘਟਾਂ ਘਟਾਂ ਵਿੱਚ ਇੱਕ ਰਸ ਵਿਆਪਕ ਹੋ ਰਿਹਾ ਹੈ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।